ਦੂਜੇ ਵਿਸ਼ਵ ਯੁੱਧ ਦੇ ਸਭ ਤੋਂ ਵੱਡੇ ਰਾਜ਼ਾਂ ਚੋਂ ਇੱਕ ਸੀ ਮੈਨਹੈਟਨ ਪ੍ਰੋਜੈਕਟ। ਅੱਜ ਅਸੀਂ ਇਸ ਪ੍ਰੋਜੈਕਟ ਦੇ ਇੱਕ ਅਜਿਹੇ ਪਹਿਲੂ ਦੀ ਪੜਚੋਲ ਕਰਾਂਗੇ ਜੋ ਇੱਕ ਵੱਡੇ ਜੂਏ ਵਾਂਗ ਸੀ, ਦੋ ਬਿਲਕੁਲ ਵੱਖ-ਵੱਖ ਪਰਮਾਣੂ ਬੰਬਾਂ ਦੀ ਕਹਾਣੀ। ਪਰ ਇੱਕ ਸਵਾਲ ਹੈ ਜਿਹੜਾ ਸਾਨੂੰ ਅੱਜ ਵੀ ਸੋਚਣ ਤੇ ਮਜਬੂਰ ਕਰ ਦਿੰਦਾ ਹੈ। ਆਖਿਰ ਦੋ ਬਿਲਕੁਲ ਵੱਖ-ਵੱਖ ਤਰ੍ਹਾਂ ਦੇ ਪਰਮਾਣੂ ਬੰਬ ਕਿਉਂ ਬਣਾਏ ਗਏ ਤੇ ਫਿਰ ਉਹਨਾਂ ਨੂੰ ਸਿਰਫ 3 ਦਿਨਾਂ ਦੇ ਫਰਕ ਤੇ ਕਿਉਂ ਵਰਤਿਆ ਗਿਆ? ਇਸ ਸਵਾਲ ਦੇ ਪਿੱਛੇ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਕਹਾਣੀ ਛੁਪੀ ਹੋਈ ਹੈ। ਇਸ ਕਹਾਣੀ ਦੇ ਦੋ ਮੁੱਖ ਕਿਰਦਾਰ ਨੇ, ਲਿਟਲ ਬॉय ਅਤੇ ਫੈਟ ਮੈਨ। ਇਹ ਸਿਰਫ ਨਾਂ ਹੀ ਵੱਖਰੇ ਨਹੀਂ ਸਨ, ਬਲਕਿ ਇਹਨਾਂ ਦੇ ਅੰਦਰ ਦੀ ਪੂਰੀ ਤਕਨੀਕ ਹੀ ਜ਼ਮੀਨ ਆਸਮਾਨ ਜਿੰਨੀ ਵੱਖਰੀ ਸੀ। ਲਿਟਲ ਬॉय ਵਿੱਚ ਯੂਰੇਨੀਅਮ ਤੇ ਇੱਕ ਸਿੱਧਾ-ਸਾਦਾ ਗਨ ਟਾਈਪ ਡਿਜ਼ਾਈਨ ਵਰਤਿਆ ਗਿਆ। ਉੱਥੇ ਹੀ ਫੈਟ ਮੈਨ ਪਲੂਟੋਨੀਅਮ ਅਤੇ ਇੱਕ ਬੇਹੱਦ ਗੁੰਝਲਦਾਰ ਇੰਪਲੋਜ਼ਨ ਡਿਜ਼ਾਈਨ ਤੇ ਕੰਮ ਕਰਦਾ ਸੀ। ਇਹਨਾਂ ਫਰਕਾਂ ਨੂੰ ਸਮਝਣਾ ਹੀ ਇਸ ਪੂਰੀ ਗੱਲ ਦੀ ਜੜ ਹੈ। ਤਾਂ ਫਿਰ ਇਹ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ? ਇਸ ਦੇ ਲਈ ਸਾਨੂੰ ਦੂਜੇ ਵਿਸ਼ਵ ਯੁੱਧ ਦੇ ਉਸ ਦੌਰ ਵਿੱਚ ਵਾਪਸ ਜਾਣਾ ਪਵੇਗਾ ਜਦੋਂ ਹਰ ਕੋਈ ਸਮੇਂ ਦੇ ਖਿਲਾਫ ਇੱਕ ਦੌੜ ਲਗਾ ਰਿਹਾ ਸੀ ਅਤੇ ਇੱਕ ਹਥਿਆਰ ਜਿੱਤ ਜਾਂ ਹਾਰ ਦਾ ਫੈਸਲਾ ਕਰ ਸਕਦਾ ਸੀ। 1942 ਵਿੱਚ ਜਦੋਂ ਮੈਨਹੈਟਨ ਪ੍ਰੋਜੈਕਟ ਸ਼ੁਰੂ ਹੋਇਆ ਤਾਂ ਸਭ ਤੋਂ ਵੱਡਾ ਡਰ ਇਹ ਸੀ ਕਿ ਜਰਮਨੀ ਕਿਤੇ ਪਹਿਲਾ ਐਟਮ ਬੰਬ ਨਾ ਬਣਾ ਲਵੇ। ਇਸ ਲਈ ਅਮਰੀਕੀ ਵਿਗਿਆਨੀਆਂ ਨੇ ਇੱਕ ਦੋ-ਪੱਖੀ ਰਣਨੀਤੀ ਅਪਣਾਈ, ਇੱਕੋ ਵੇਲੇ ਦੋ ਵੱਖ-ਵੱਖ ਰਸਤਿਆਂ ਤੇ ਚੱਲਣ ਦੀ। ਇੱਕ ਰਸਤਾ ਯੂਰੇਨੀਅਮ ਵੱਲ ਜਾਂਦਾ ਸੀ ਤੇ ਦੂਜਾ ਪਲੂਟੋਨੀਅਮ ਵੱਲ। ਇਹ ਇੱਕ ਤਰ੍ਹਾਂ ਦਾ ਜੂਆ ਸੀ, ਕਿਉਂਕਿ ਉਸ ਵੇਲੇ ਕਿਸੇ ਨੂੰ ਨਹੀਂ ਪਤਾ ਸੀ ਕਿ ਕਿਹੜਾ ਤਰੀਕਾ ਕੰਮ ਕਰੇਗਾ ਜਾਂ ਜੇ ਕੋਈ ਕੰਮ ਕਰੇਗਾ ਵੀ ਜਾਂ ਨਹੀਂ। ਤੇ ਹੈਰਾਨੀ ਦੀ ਗੱਲ ਇਹ ਹੈ ਕਿ ਸ਼ੁਰੂ ਵਿੱਚ ਦੋ ਵੱਖ-ਵੱਖ ਬੰਬ ਬਣਾਉਣ ਦਾ ਕੋਈ ਪਲਾਨ ਸੀ ਹੀ ਨਹੀਂ। ਅਸਲ ਪਲਾਨ ਤਾਂ ਬਹੁਤ ਸੌਖਾ ਸੀ। ਯੂਰੇਨੀਅਮ ਹੋਵੇ ਜਾਂ ਪਲੂਟੋਨੀਅਮ, ਦੋਵਾਂ ਲਈ ਇੱਕੋ ਜਿਹਾ ਸਰਲ ਗਨ ਟਾਈਪ ਡਿਜ਼ਾਈਨ ਵਰਤਣਾ। ਪਰ ਕਈ ਵਾਰ ਵਿਗਿਆਨ ਵਿੱਚ ਸਭ ਤੋਂ ਸਿੱਧੀਆਂ ਯੋਜਨਾਵਾਂ ਵੀ ਕੰਮ ਨਹੀਂ ਕਰਦੀਆਂ। ਤੇ ਫਿਰ ਆਈ ਇੱਕ ਅਜਿਹੀ ਵਿਗਿਆਨਿਕ ਰੁਕਾਵਟ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਇੱਕ ਅਜਿਹੀ ਖੋਜ ਜਿਸ ਨੇ ਸਾਰਾ ਖੇਡ ਹੀ ਪਲਟ ਦਿੱਤਾ ਅਤੇ ਦੋ ਵੱਖ-ਵੱਖ ਬੰਬਾਂ ਦੇ ਬਣਨ ਦਾ ਕਾਰਨ ਬਣੀ। 1946 ਦੀਆਂ ਗਰਮੀਆਂ ਵਿੱਚ ਵਿਗਿਆਨੀਆਂ ਨੂੰ ਇੱਕ ਬਹੁਤ ਵੱਡੀ ਸਮੱਸਿਆ ਦਾ ਪਤਾ ਲੱਗਿਆ। ਜਿਹੜਾ ਪਲੂਟੋਨੀਅਮ ਪਰਮਾਣੂ ਰਿਐਕਟਰਾਂ ਵਿੱਚ ਬਣ ਰਿਹਾ ਸੀ, ਉਹ ਪੂਰੀ ਤਰ੍ਹਾਂ ਸ਼ੁੱਧ ਨਹੀਂ ਸੀ। ਉਸ ਵਿੱਚ ਕੁਝ ਮਿਲਾਵਟਾਂ ਸਨ ਤੇ ਸਮੱਸਿਆ ਇਹ ਸੀ ਕਿ ਇਹਨਾਂ ਮਿਲਾਵਟਾਂ ਕਾਰਨ ਜੇ ਇਸ ਨੂੰ ਗਨ ਟਾਈਪ ਡਿਜ਼ਾਈਨ ਵਿੱਚ ਵਰਤਿਆ ਜਾਂਦਾ ਤਾਂ ਇਹ ਧਮਾਕੇ ਦੀ ਬਜਾਏ ਇੱਕ ਛੋਟੇ ਫੁੱਸ ਵਾਂਗ ਬਹੁਤ ਜਲਦੀ ਤੇ ਬਹੁਤ ਘੱਟ ਤਾਕਤ ਨਾਲ ਚੱਲ ਜਾਂਦਾ। ਮਤਲਬ ਕਿ ਪਲੂਟੋਨੀਅਮ ਲਈ ਸੌਖਾ ਗਨ ਡਿਜ਼ਾਈਨ ਹੁਣ ਬੇਕਾਰ ਹੋ ਚੁੱਕਾ ਸੀ। ਇਸ ਸਮੱਸਿਆ ਦਾ ਹੱਲ ਸਿਰਫ ਇੱਕ ਹੀ ਸੀ ਤੇ ਉਹ ਬਹੁਤ ਹੀ ਖਤਰਨਾਕ ਤੇ ਨਵਾਂ ਸੀ, ਇੰਪਲੋਜ਼ਨ। ਇਹ ਇੱਕ ਐਜਾ ਆਈਡੀਆ ਸੀ ਜੋ ਉਸ ਵੇਲੇ ਤੱਕ ਸਿਰਫ ਕਾਗਜ਼ਾਂ ਤੇ ਹੀ ਸੀ। ਇਸ ਵਿੱਚ ਕਰਨਾ ਇਹ ਸੀ ਕਿ ਪਲੂਟੋਨੀਅਮ ਦੇ ਇੱਕ ਗੋਲੇ ਨੂੰ ਚਾਰੇ ਪਾਸਿਓਂ ਇੱਕੋ ਸਮੇਂ ਬਿਲਕੁਲ ਇੱਕੋ ਜਿਹੇ ਦਬਾਅ ਨਾਲ ਕੁਚਲਣਾ ਸੀ ਤਾਂ ਕਿ ਉਹ ਕ੍ਰਿਟੀਕਲ ਮਾਸ ਤੱਕ ਪਹੁੰਚ ਜਾਵੇ। ਜ਼ਰਾ ਸੋਚੋ, ਇਹ ਕਿੰਨਾ ਮੁਸ਼ਕਿਲ ਕੰਮ ਹੋਵੇਗਾ। ਹੁਣ ਇੰਨਾ ਵੱਡਾ ਪ੍ਰੋਜੈਕਟ ਕੁਝ ਗਿਣੇ-ਚੁਣੇ ਨਾਵਾਂ ਦਾ ਕੰਮ ਨਹੀਂ ਸੀ। ਇਸ ਪਿੱਛੇ ਹਜ਼ਾਰਾਂ ਲੋਕ ਸਨ ਤੇ ਉਹਨਾਂ ਵਿੱਚੋਂ ਕਈ ਅਜਿਹੇ ਸਨ ਜਿਨ੍ਹਾਂ ਦੇ ਨਾਂ ਇਤਿਹਾਸ ਵਿੱਚ ਕਿਤੇ ਗੁਆਚ ਗਏ। ਖਾਸ ਕਰਕੇ ਕੁਝ ਅਜਿਹੀਆਂ ਮਹਿਲਾ ਵਿਗਿਆਨੀ ਸਨ ਜਿਨ੍ਹਾਂ ਦਾ ਯੋਗਦਾਨ ਬੇਮਿਸਾਲ ਸੀ। ਮਿਸਾਲ ਵਜੋਂ ਨਾਓਮੀ ਲਿਵਸੇਜ਼। ਇੰਪਲੋਜ਼ਨ ਦੀਆਂ ਜਿਹੜੀਆਂ ਗੁੰਝਲਦਾਰ ਗਣਿਤ ਦੀਆਂ ਸਮੱਸਿਆਵਾਂ ਸਨ, ਉਹਨਾਂ ਨੂੰ ਹੱਲ ਕਰਨ ਲਈ ਉਸਨੇ ਇੱਕ ਪੂਰੀ ਕੰਪਿਊਟਿੰਗ ਟੀਮ ਦੀ ਅਗਵਾਈ ਕੀਤੀ। ਉਸਦੇ ਕੰਮ ਤੋਂ ਬਿਨਾਂ ਫੈਟ ਮੈਨ ਸ਼ਾਇਦ ਕਦੇ ਇੱਕ ਸਿਧਾਂਤ ਤੋਂ ਅੱਗੇ ਨਾ ਵਧਾ। ਫਿਰ ਸੀ ਲਿਓਨਾ ਵੁਡਸ, ਸਿਰਫ 23 ਸਾਲ ਦੀ ਉਮਰ ਵਿੱਚ PhD। ਉਹ ਐਨਰਿਕੋ ਫਰਮੀ ਦੀ ਟੀਮ ਦੀ ਸਭ ਤੋਂ ਛੋਟੀ ਮੈਂਬਰ ਸੀ। ਉਹੀ ਟੀਮ ਜਿਸ ਨੇ ਦੁਨੀਆ ਦੀ ਪਹਿਲੀ ਪਰਮਾਣੂ ਚੇਨ ਰਿਐਕਸ਼ਨ ਬਣਾਈ ਸੀ, ਜੋ ਕਿ ਪਰਮਾਣੂ ਬੰਬ ਵੱਲ ਪਹਿਲਾ ਕਦਮ ਸੀ। ਅਤੇ ਫਲੋਏ ਐਗਨਸ ਲੀ, ਇੱਕ ਨੌਜਵਾਨ ਸਵਦੇਸ਼ੀ ਔਰਤ। ਉਸਦਾ ਕੰਮ ਵਿਗਿਆਨੀਆਂ ਦੇ ਖੂਨ ਦੀ ਜਾਂਚ ਕਰਨਾ ਸੀ ਤਾਂ ਕਿ ਪਤਾ ਲੱਗਦਾ ਰਹੇ ਕਿ ਉਹ ਕਿੰਨੀ ਰੇਡੀਏਸ਼ਨ ਦੇ ਸੰਪਰਕ ਵਿੱਚ ਆ ਰਹੇ ਨੇ। ਉਸਦਾ ਕੰਮ ਸਾਨੂੰ ਯਾਦ ਦਿਵਾਉਂਦਾ ਹੈ ਕਿ ਇਸ ਵਿਗਿਆਨਿਕ ਤਰੱਕੀ ਦੀ ਇੱਕ ਮਨੁੱਖੀ ਕੀਮਤ ਵੀ ਸੀ। ਇਹ ਸਾਰਾ ਕੁਝ ਸਾਨੂੰ ਸਾਡੇ ਮੁੱਖ ਸਵਾਲ ਤੇ ਵਾਪਸ ਲਿਆਉਂਦਾ ਹੈ। ਦੋ ਵੱਖ-ਵੱਖ ਬੰਬ ਇੱਕੋ ਸਮੇਂ ਕਿਉਂ ਤਿਆਰ ਹੋਏ? ਕੀ ਇਹ ਕੋਈ ਬਹੁਤ ਵੱਡੀ ਰਣਨੀਤੀ ਸੀ? ਜਵਾਬ ਦਰਅਸਲ ਬਹੁਤ ਹੀ ਸਧਾਰਨ ਤੇ ਹੈਰਾਨ ਕਰਨ ਵਾਲਾ ਹੈ। ਜ਼ਰਾ ਇਹਨਾਂ ਅੰਕੜਿਆਂ ਨੂੰ ਦੇਖੋ। ਲਿਟਲ ਬॉय ਨੂੰ ਪੂਰੇ 64 ਕਿਲੋ ਯੂਰੇਨੀਅਮ ਦੀ ਲੋੜ ਸੀ, ਜਦਕਿ ਫੈਟ ਮੈਨ ਨੂੰ ਸਿਰਫ 6.2 ਕਿਲੋ ਪਲੂਟੋਨੀਅਮ ਚਾਹੀਦਾ ਸੀ। ਹੁਣ ਯੂਰੇਨੀਅਮ ਬਣਾਉਣਾ ਬਹੁਤ ਹੌਲੀ ਪ੍ਰਕਿਰਿਆ ਸੀ, ਪਰ ਪਲੂਟੋਨੀਅਮ ਤੇਜ਼ੀ ਨਾਲ ਬਣ ਰਿਹਾ ਸੀ। ਉਤਪਾਦਨ ਦੀ ਇਸ ਵੱਖਰੀ ਰਫ਼ਤਾਰ ਦਾ ਮਤਲਬ ਸੀ ਕਿ ਕਿਸਮਤ ਦੋਵਾਂ ਬੰਬਾਂ ਨੂੰ ਇੱਕੋ ਸਮੇਂ ਤੇ ਫਿਨਿਸ਼ ਲਾਈਨ ਵੱਲ ਤੱਕ ਰਹੀ ਸੀ। ਤਾਂ ਇਹ ਸੀ ਅਸਲ ਕਹਾਣੀ। ਇਹ ਸਿਰਫ ਇੱਕ ਇਤਫਾਕ ਸੀ, ਕੋਈ ਵੱਡੀ ਯੋਜਨਾ ਨਹੀਂ, ਕੋਈ ਰਣਨੀਤੀ ਨਹੀਂ,
ਸਿਰਫ ਉਤਪਾਦਨ ਦੀਆਂ ਮਜਬੂਰੀਆਂ ਤੇ ਵਿਗਿਆਨਿਕ ਰੁਕਾਵਟਾਂ, ਇਹਨਾਂ ਦੋਵਾਂ ਨੇ ਮਿਲ ਕੇ ਅਜਿਹਾ ਸੰਜੋਗ ਬਣਾਇਆ ਕਿ ਦੋਵੇਂ ਬੰਬ ਜੁਲਾਈ 1945 ਦੇ ਅਖੀਰ ਵਿੱਚ ਲਗਭਗ ਇੱਕੋ ਸਮੇਂ ਤਿਆਰ ਹੋ ਗਏ। ਕਈ ਵਾਰ ਇਤਿਹਾਸ ਵੱਡੀਆਂ ਯੋਜਨਾਵਾਂ ਨਾਲ ਨਹੀਂ, ਸਗੋਂ ਅਜਿਹੇ ਇਤਫਾਕਾਂ ਨਾਲ ਬਣਦਾ ਹੈ। ਪਰ ਇਹਨਾਂ ਦੋ ਬੰਬਾਂ ਦੇ ਬਣਨ ਨਾਲ ਸਿਰਫ ਇੱਕ ਜੰਗ ਹੀ ਖਤਮ ਨਹੀਂ ਹੋਈ, ਸਗੋਂ ਇੱਕ ਪੂਰਾ ਨਵਾਂ ਯੁੱਗ ਸ਼ੁਰੂ ਹੋ ਗਿਆ, ਪਰਮਾਣੂ ਯੁੱਗ। ਅਤੇ ਇਸ ਯੁੱਗ ਦੀ ਵਿਰਾਸਤ ਕਾਫੀ ਡਰਾਉਣੀ ਹੈ। ਹੀਰੋਸ਼ੀਮਾ ਅਤੇ ਨਾਗਾਸਾਕੀ ਵਿੱਚ 2 ਲੱਖ ਤੋਂ ਵੱਧ ਜਾਨਾਂ ਗਈਆਂ। ਇਹ ਸਿਰਫ ਇੱਕ ਅੰਕੜਾ ਨਹੀਂ ਹੈ, ਇਹ ਉਹ ਮਨੁੱਖੀ ਕੀਮਤ ਹੈ ਜੋ ਇਸ ਟੈਕਨੋਲੋਜੀ ਲਈ ਚੁਕਾਈ ਗਈ ਸੀ। ਅਤੇ ਇਹ ਤਾਂ ਸਿਰਫ ਸ਼ੁਰੂਆਤ ਸੀ। ਅੱਜ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਜੇ ਇੱਕ ਵੱਡਾ ਪਰਮਾਣੂ ਯੁੱਧ ਛਿੜ ਜਾਵੇ ਤਾਂ ਪਹਿਲੇ ਕੁਝ ਦਿਨਾਂ ਵਿੱਚ ਹੀ 30 ਤੋਂ 50 ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ। ਇਹ ਉਹ ਖਤਰਾ ਹੈ ਜਿਸ ਦੇ ਸਾਏ ਹੇਠ ਅਸੀਂ 1945 ਤੋਂ ਰਹਿ ਰਹੇ ਹਾਂ। ਇਹ ਸਭ ਸਾਨੂੰ ਇੱਕ ਬਹੁਤ ਹੀ ਅਹਿਮ ਸਵਾਲ ਤੇ ਲਿਆ ਕੇ ਛੱਡ ਦਿੰਦਾ ਹੈ। ਪਿਛਲੇ ਲਗਭਗ 80 ਸਾਲਾਂ ਵਿੱਚ ਦੁਨੀਆ ਇੱਕ ਹੋਰ ਪਰਮਾਣੂ ਹਮਲੇ ਤੋਂ ਬਚੀ ਰਹੀ ਹੈ। ਕੀ ਇਹ ਸਾਡੀ ਸਿਆਣਪ ਦਾ ਨਤੀਜਾ ਹੈ ਜਾਂ ਕੀ ਅਸੀਂ ਹੁਣ ਤੱਕ ਸਿਰਫ ਕਿਸਮਤ ਵਾਲੇ ਰਹੇ ਹਾਂ? ਇਹ ਇੱਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਸਾਡੇ ਸਭ ਦੇ ਭਵਿੱਖ ਨੂੰ ਤੈਅ ਕਰੇਗਾ।